कथा नित सुनिए गुरु प्यारी साध संगत जी। धन धन श्री गुरु ग्रंथ साहिब जी ने कृपा करके साध संगत दियां घड़ियां सानू बख्शिश कीतियां हन जी। गुरबाणी दे विचार नू आरंभ करिए। प्रथम प्यार अदब सहित आखिए जी वाहिगुरु जी का खालसा वाहिगुरु जी की फतेह। अज दा पावन हुक्मनामा सोही राग दे विच गुरु रामदास जी महाराज उन्हां दी रसीली रसना तो गायन किया होया है, जो कि 732 अंग दे उपर साहिब श्री गुरु ग्रंथ साहिब जी विच अंकित है, दर्ज है। गुरु रामदास जी शब्द अंदर फरमाउंदे ने सूही महला चौथा घर दूजा। महला चौथा तो भाव चौथे गुरु दी बाणी, घर दूजा दा भाव है दूजे घर दे विच गाउणा। इस नूं रागियां नूं कह रहे ने सुर ते ताल दूजे घर विच करके फिर गाउणा है। एक ओंकार परमात्मा इक्का, उहदा एक बोल आ जिहनूं ओंकार कहंदे ने, जितों लखां जिंदगियां दे दरिया चले ने। जे कोई आपदा सुभाव परमात्मा दे सुभाव जैसा बनाना चाहता है, चाहवान है, तां इह सतगुर गुरु दी कृपा दे द्वारा प्रसाद उहदी मेहर दे द्वारा ही बनाया जा सकता है। गुरमत नगरी खोज खुजाई, हर हर नाम पदार्थ पाई। बड़ी ही गहरी गल कह दी है पातशाह जी ने, डूंगी गल। देखो ना कि गुरमत गुरु दी मत लैके नगरी खोज खुजाई। मैं अपनी देह नूं खोजिया है, अपने आप नूं खोजिया। खोजण दे अर्थ हुंदे ने बहुत बरीकी दे नाल जांच करनी, मैं कौन हाँ, मैं की हाँ, कि मेरा वजूद सिर्फ इन्ना ही आ कि जन्म लेना, फिर बचपन दे विच खेडना, खेडां दे नाल स्कूल जाना, कॉलेज जाना, पढ़ाई करनी, कारोबार लभना, विआह हो जाना, बच्चे हो जाने अगे, फिर बजुर्ग हो जाना ते 4 बंदियां ने चक के शमशान घाट छड्डे आउणा जां कब्रिस्तान। कि यह जिंदगी आ, कि वाकई इदों हट के है कि नहीं कुछ। जदों इदां दे ख्याल बंदे दे अंदर पैदा होने शुरू हो जाते ने, उदों ही वह आपदी नगरी दी, आपदे शरीर दी खोज विच लग जांदा ते उहनूं फिर की प्राप्त हुंदा, हर हर नाम पदार्थ पाई। जिवें आपां कहने आ धरती नूं खोजीए, ਉਹਦੇ ਵਿੱਚੋਂ पानी निकलता है। जेकर खाना नूं खोजीए, ਉਹਦੇ ਵਿੱਚ ਕੋਲੇ ने, कई खाना ऐसियां ने ਉਹਦੇ ਵਿੱਚ हीरे भी ने। समुंदर नूं खोजीए, सिप्पियां लभदियां ने, मोती लभदे ने, लाल लभदे ने, पन्ने लभदे ने। समुंदर दी खोज आए। एक इंसान दी खोज आ ਜਿਹਦੇ ਵਿੱਚ ਉਸ ਨੂੰ नाम लभदा है, ਜਿਹਦੇ ਵਿੱਚ ਉਸ ਨੂੰ शुभ गुण प्राप्त ਹੁੰਦੇ ਨੇ, ਚੰਗੀਆਂ ਆਦਤਾਂ ਪ੍ਰਾਪਤ ਹੁੰਦੀਆਂ ਨੇ। बड़ा औखा है अपने आप ਨੂੰ खोजना। जो गुरु रामदास जी कह रहे ने, ये सौखी खेड नहीं।
ਮਨੁੱਖ ਆਪਣੇ ਆਪ ਨਾਲ ਬੈਠ ਸਕਦਾ, ਮਨੁੱਖ ਆਪਣੇ ਆਪ ਨਾਲ ਬੈਠ ਸਕਦਾ, ਇਹ ਬਹੁਤ ਔਖਾ ਹੈ। ਮਨੁੱਖ ਦੂਜਿਆਂ ਨਾਲ ਬੈਠ ਸਕਦਾ, ਦੂਜਿਆਂ ਨਾਲ ਗੱਲਾਂ ਕਰ ਸਕਦਾ, ਦੂਜਿਆਂ ਦੇ ਬਾਰੇ 'ਚ ਗੱਲਾਂ ਕਰ ਸਕਦਾ, ਦੂਜਿਆਂ ਦੇ ਬਾਰੇ ਬੜਾ ਕੁਝ ਜਾਣਦਾ, ਆਪਣੇ ਆਪ ਬਾਰੇ ਕੱਖ ਵੀ ਨਹੀਂ ਜਾਣਦਾ। ਮਨੁੱਖ ਸੰਸਾਰ ਨਾਲ ਬੈਠ ਸਕਦਾ, ਅਖਬਾਰ ਨਾਲ ਬੈਠ ਸਕਦਾ, ਆਪਣੇ ਆਪ ਨਾਲ ਨਹੀਂ। ਮਨੁੱਖ ਦੂਜਿਆਂ ਬਾਰੇ ਬਹੁਤ ਕੁਝ ਜਾਣਦਾ, ਆਪਣੇ ਆਪ ਬਾਰੇ ਇਹ ਕੱਖ ਵੀ ਨਹੀਂ ਜਾਣਦਾ। ਇਹ ਗੁਰੂ ਰਾਮਦਾਸ ਜੀ ਕਹਿੰਦੇ ਕੋਈ ਬਿਰਲਾ ਹੁੰਦਾ ਜਿਹੜਾ ਆਪਣੇ ਆਪ ਬਾਰੇ ਜਾਣਦਾ। ਆਪ ਪਛਾਣੈ ਸੋ ਸਭ ਗੁਣ ਜਾਣੈ, ਆਪ ਖੋਜ ਖੋਜ ਮਿਲੇ ਕਬੀਰਾ। ਆਪਣੇ ਆਪ ਦੀ ਸਮਝ ਹੋਣੀ ਬਹੁਤ ਵੱਡੀ ਗੱਲ ਹੈ, ਕਿਉਂਕਿ ਦੇਖੋ ਅਸੀਂ ਉੱਪਰੋਂ ਆਪਣੇ ਨੂੰ ਦੇਖਦੇ ਹਾਂ। ਜਦੋਂ ਅਸੀਂ ਕੋਈ ਗਰੁੱਪ ਫੋਟੋ ਵੇਖਦੇ ਹਾਂ ਨਾ, ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਦੇਖਦੇ ਹਾਂ। ਮੰਨ ਲਓ 5-7 ਬੰਦਿਆਂ ਦੀ ਫੋਟੋ ਖਿੱਚੀ ਗਈ, ਅਸੀਂ ਵੀ ਉਹਦੇ ਵਿੱਚ ਸ਼ਾਮਲ ਸੀ। ਉਹ ਜਦੋਂ ਖਿੱਚੀ ਜਾਂਦੀ ਆ, ਉਦੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਦੇਖਾਂਗੇ, ਕਿਉਂਕਿ ਅਸੀਂ ਆਪਣੇ ਆਪ ਨੂੰ ਦੂਜਿਆਂ ਨਾਲੋਂ ਮਹੱਤਵਪੂਰਨ ਸਮਝਦੇ ਹਾਂ। ਸ਼ੀਸ਼ੇ ਵਿੱਚ ਵੀ ਜਦੋਂ ਅਸੀਂ ਆਪਣੇ ਆਪ ਨੂੰ ਦੇਖਦੇ ਹਾਂ, ਉਹ ਤਾਂ ਦੇਖਦੇ ਹਾਂ ਵੀ ਅਸੀਂ ਦੂਜਿਆਂ ਨੂੰ ਕਿੱਦਾਂ ਦੇ ਲੱਗਦੇ ਹਾਂ। ਜਦੋਂ ਆਪਾਂ ਸ਼ੀਸ਼ੇ ਦੇ ਵਿੱਚ ਵੇਖਦੇ ਹੁੰਦੇ ਹਾਂ ਆਪਦੇ ਆਪ ਨੂੰ, ਉਹ ਆਪਣੇ ਆਪ ਨੂੰ ਨਹੀਂ ਦੇਖ ਰਹੇ ਹੁੰਦੇ, ਉਹ ਇਹ ਦੇਖ ਰਹੇ ਹੁੰਦੇ ਆ ਵੀ ਅਸੀਂ ਦੂਜਿਆਂ ਨੂੰ ਕਿੱਦਾਂ ਦੇ ਲੱਗਦੇ ਹਾਂ, ਕਿੱਦਾਂ ਦੇ ਦਿਖਦੇ ਹਾਂ, ਸਾਡੀ ਦਿੱਖ ਕਿੱਦਾਂ ਦੀ ਆ। ਤਾਂ ਹਰ ਚੀਜ਼ ਨਾ ਜਿਹੜੀ ਆ, ਬੰਦੇ ਦੇ ਅੰਦਰ ਇੱਕ ਮੈਂ ਆ ਜਿਹਦੇ ਕਰਕੇ ਉਹ ਦੁਖੀ ਹੁੰਦਾ, ਜਿਹਦੇ ਕਰਕੇ ਉਹ ਖੁਸ਼ ਹੁੰਦਾ। ਜਿਹੜੇ ਬੱਚੇ ਹੁੰਦੇ ਨੇ, ਬੱਚੇ ਸਾਡੀ ਸੰਤਾਨ ਹੁੰਦੀ ਆ, ਉਹ ਸਾਡੀ ਮੈਂ ਦਾ ਹੀ ਵਿਸਥਾਰ ਹੁੰਦੇ ਨੇ। ਸਾਡੀ ਮੈਂ ਜਿਹੜੀ ਹੁੰਦੀ ਆ ਉਹਦਾ ਹੀ ਅੱਗੇ ਵਿਸਥਾਰ ਹੁੰਦੇ ਨੇ। ਇੱਦਾਂ ਹੋਰ ਸਮਝੋਗੇ, ਇੱਟ ਜਿਵੇਂ ਹੁੰਦੀ ਹੈ, ਇੱਟ ਇਮਾਰਤ ਦਾ ਹੀ ਵਿਸਥਾਰ ਹੁੰਦੀ ਆ। ਇੱਕ ਇੱਟ ਅਗਲੀ ਇੱਟ ਹੋਰ ਇੱਟਾਂ ਮਿਲ ਕੇ ਇਮਾਰਤ ਬਣ ਜਾਂਦੀ ਹੈ। ਬੱਚੇ ਜਿਹੜੇ ਹੁੰਦੇ ਨੇ ਸਾਡੀ ਮੈਂ ਦਾ ਹੀ ਵਿਸਥਾਰ ਹੋਣ ਕਰਕੇ ਜਦੋਂ ਉਹਨਾਂ ਨੂੰ ਕੋਈ ਦੁੱਖ ਲੱਗਦਾ, ਸਾਨੂੰ ਵੀ ਦੁੱਖ ਲੱਗਦਾ। ਆਪਣੇ ਮਾਸ ਦੇ ਲੋਥੜੇ ਵਿੱਚੋਂ ਮਾਸ ਦੇ ਲੋਥੜੇ ਨੂੰ ਜਨਮ ਦੇਣਾ, ਇਹ ਆਪਣੀ ਮੈਂ ਦਾ ਹੀ ਵਿਸਥਾਰ ਆ। ਗੁਰਮਤ ਨਗਰੀ ਖੋਜ ਖੁਜਾਈ, ਹਰ ਹਰ ਨਾਮ ਪਦਾਰਥ ਪਾਈ। ਗੁਰੂ ਰਾਮਦਾਸ ਜੀ ਕਹਿੰਦੇ ਕੋਈ ਵਿਰਲਾ ਹੀ ਆ ਜਿਹੜਾ ਆਪਣੇ ਆਪ ਨੂੰ ਖੋਜਦਾ ਹੈ, ਇਹ ਨਗਰੀ ਨੂੰ ਭਾਲਦਾ ਹੈ, ਲੱਭਦਾ ਹੈ। ਫਿਰ ਉਹਦਾ ਸੁਭਾਅ ਜਿਹੜਾ ਹੈ ਨਾ, ਕੋਮਲਤਾ ਭਰਿਆ ਹੋ ਜਾਂਦਾ। ਬਹੁਤ ਜ਼ਿਆਦਾ ਉਹਦੇ ਹਿਰਦੇ 'ਚ ਗਰੀਬੀ ਆ ਜਾਂਦੀ ਆ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾਂ ਮੁਕਤ ਆਗੇ ਸੁਖ ਪਾਵੇ। ਗੁਰਮਤ ਨਗਰੀ ਖੋਜ ਖੁਜਾਈ, ਹਰ ਹਰ ਨਾਮ ਪਦਾਰਥ ਪਾਈ। ਇਵੇਂ ਹਿਰਦੇ ਦੀ ਗਰੀਬੀ ਨਾ ਉਹਦੀ ਜਿਹੜੀ ਆ ਉਹ ਉਹਨੂੰ ਕੋਮਲ ਕਰ ਦਿੰਦੀ ਆ। ਪਹਿਲਾਂ ਬੰਦਾ ਆਪਦੇ ਆਪ ਨੂੰ ਉੱਚਾ ਸਮਝਦਾ ਜਦੋਂ ਆਪਾਂ ਉੱਪਰੋਂ ਦੇਖਦੇ ਹਾਂ। ਜੇ ਤੁਸੀਂ ਡੂੰਘਾ ਦੇਖੋਗੇ, ਇਹਦੇ ਵਿੱਚ ਹੈ ਕੀ ਆ, ਮਿੱਝ ਆ, ਮਾਸ ਆ, ਲਹੂ ਆ, ਇੰਨਾ ਕੁਝ ਆ, ਬਦਬੂ ਅੰਦਰ, ਦੁਰਗੰਧ ਆ। ਉੱਪਰ ਲੀਪਾ ਪੋਚੀ ਕੀਤੀ ਹੋਈ ਆ ਗੁਰੂ ਸਾਹਿਬ ਦੀ, ਪਰਮਾਤਮਾ ਦੀ, ਹੈ ਤਾਂ ਦੁਰਗੰਧ ਹੀ ਆ। ਅੱਖਾਂ ਦੇ ਵਿੱਚ ਗਿੱਡ ਹੈ, ਨਾਸਿਕਾ ਦੇ ਵਿੱਚ ਗੰਦਗੀ ਆ। ਇਵੇਂ ਬੰਦੇ ਦੇ ਅੰਦਰ ਵਿਸ਼ਟਾ, ਕੰਨਾਂ ਦੇ ਵਿੱਚ ਮੈਲ ਆ, ਮੁੱਖ ਦੇ ਵਿੱਚ ਥੁੱਕ ਆ। ਭਾਵ ਕੀ ਹੈ, ਇਹ ਅਸ਼ਟ ਚਮ ਵਿਸ਼ਟਾ ਕੇ ਮੁੰਦੇ ਦੁਰਗੰਧ ਹੀ ਕੇ ਬੇਟੇ। ਹੇ ਦੁਰਗੰਧ ਦੇ ਘਰ, ਗੁਰੂ ਸਾਹਿਬ ਹੀ ਕਹਿ ਰਹੇ ਨੇ, ਹੇ ਦੁਰਗੰਧ ਦੇ ਘਰ ਬੰਦੇ, ਤੂੰ ਇੰਨਾ ਹੰਕਾਰ ਕਿਉਂ ਕਰਦਾ ਹੈ। ਹਾੜ ਜਰੇ ਜੈਸੇ ਲੱਕੜੀ ਕਾ ਤੂਲਾ, ਕੇਸ ਜਰੇ ਜੈਸੇ ਘਾਸ ਕਾ ਪੂਲਾ। ਹੱਡ ਜਿਹੜੇ ਨੇ ਉਹ ਲੱਕੜਾਂ ਦੇ ਵਾਂਗ ਜਲਦੇ ਨੇ, ਕੇਸ ਜਿਹੜੇ ਨੇ ਘਾਹ ਦੇ ਵਾਂਗ ਸੜਦੇ ਤੇ।
ਤੈਨੂੰ ਹੰਕਾਰ ਕਾਹਦਾ ਹੈ। ਗੁਰਮਤਿ ਨਗਰੀ ਖੋਜ ਖੁਜਾਈ, ਹਰ ਹਰ ਨਾਮ ਪਦਾਰਥ ਪਾਈ। ਕੋਈ ਵਿਰਲਾ ਹੀ ਆ ਜਿਹੜਾ ਆਪਦੀ ਨਗਰੀ ਨੂੰ ਖੋਜਦਾ। ਨਗਰੀ ਦਾ ਅਰਥ ਆ ਸਰੀਰ। ਜਿਵੇਂ ਕਿ ਇੱਕ ਮਹਾਂਪੁਰਸ਼ਾਂ ਨੇ ਸਾਖੀ ਲਿਖੀ ਆ ਬੜੀ ਪਿਆਰੀ। ਕਹਿੰਦੇ ਜਦੋਂ ਆਪਾਂ ਨੂੰ ਉਹ ਬੰਦੇ ਮਿਲਦੇ ਨੇ, ਆਪਾਂ ਰਸਤੇ ਤੇ ਜਾਂਦੇ ਹੁੰਦੇ ਆ, ਜਿਹੜੇ ਸਰੀਰ ਕਰਕੇ ਸੋਹਣੇ ਨੇ, ਰੂਪ ਕਰਕੇ ਸੋਹਣੇ ਨੇ, ਨੈਣ ਨਕਸ਼ ਕਰਕੇ ਸੋਹਣੇ ਨੇ, ਐਸੇ ਬਹੁਤ ਬੰਦੇ ਮਿਲਦੇ ਨੇ। ਤੇ ਕਹਿੰਦੇ ਉਹ ਆਪਾਂ ਨੂੰ ਕਿੰਨੇ ਚਿਰ ਯਾਦ ਰਹਿੰਦੇ ਨੇ, 5 ਮਿੰਟ, ਵੱਧ ਤੋਂ ਵੱਧ 10 ਮਿੰਟ, ਜਿਨ੍ਹਾਂ ਤੇ ਸੁਹੱਪਣ ਬੜਾ। ਕੋਈ ਨੌਜਵਾਨ ਆਇਆ ਸੀ ਉਹਨਾਂ ਕੋਲ ਚੱਲ ਕੇ, ਕਹਿੰਦੇ ਜੀ ਬਾਹਰੀ ਸੁੰਦਰਤਾ ਨਾਲੋਂ ਅੰਦਰਲੀ ਸੁੰਦਰਤਾ ਦੱਸੋ ਕਿਵੇਂ ਮਹਾਨ, ਕਾਰਨ ਕੀ ਆ। ਕਹਿੰਦੇ ਐਵੇਂ ਆਪਾਂ ਰਸਤੇ ਤੇ ਤੁਰੇ ਜਾਂਦੇ ਆ, ਬਿਰਖੇ ਹੇਠ ਸਭ ਜਨਤੇ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਮੇਰੇ ਪ੍ਰਭ ਸਾਚੈ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਹ ਪਾਇਆ। ਬਹੁਤ ਲੋਕ ਨੇ, ਕਈ ਸੁਹੱਪਣ ਵਾਲੇ ਨੇ, ਕਈਆਂ ਦੇ ਨੈਣ ਨਕਸ਼ ਬੜੇ ਸੁੰਦਰ ਨੇ। ਕਹਿੰਦੇ ਇਹੋ ਜਿਹੇ ਲੋਕ ਤੁਹਾਨੂੰ ਮਿਲਣਗੇ, ਪਰ ਤੁਹਾਨੂੰ ਉਹਨਾਂ ਦਾ ਚਿਹਰਾ ਪੁੱਛਿਆ ਸੀ ਨੌਜਵਾਨ ਨੂੰ, ਕਿੰਨਾ ਸਮਾਂ ਯਾਦ ਰਹੂਗਾ, ਕਿੰਨਾ ਸਮਾਂ ਤੂੰ ਯਾਦ ਰੱਖਦਾ। ਕਹਿੰਦਾ ਵੱਧ ਤੋਂ ਵੱਧ 5 ਮਿੰਟ 10 ਮਿੰਟ ਯਾਦ ਰਹੂਗਾ ਵੀ ਫਲਾਣਾ ਬੰਦਾ ਇੰਨਾ ਖੂਬਸੂਰਤ ਆ। ਕਹਿੰਦੇ ਜੇ ਮੈਂ ਤੈਨੂੰ ਇੱਕ ਪੁਸਤਕਾਂ ਦੇ ਕੇ ਭੇਜਾਂ ਕਿਸੇ ਦੇ ਘਰ ਦੇ ਵਿੱਚ, ਵੀ ਉਹ ਬੰਦੇ ਨੂੰ ਫੜਾਇਆ, ਜਦੋਂ ਤੂੰ ਜਾਵੇਂ ਉਹ ਤੈਨੂੰ ਬਿਠਾਵੇ ਉੱਥੇ, ਚੰਗਾ ਆਦਰ ਮਾਣ ਕਰੇ ਤੇਰਾ, ਫਿਰ ਤੈਨੂੰ ਪੁੱਛੇ ਵੀ ਤੂੰ ਕਾਹਦੇ ਤੇ ਆਇਆ, ਤੂੰ ਦੱਸੇ, ਤੇ ਫਿਰ ਤੈਨੂੰ ਆਪ ਤੇਰੇ ਘਰ ਤੱਕ ਛੱਡ ਕੇ ਆਵੇ, ਉਹ ਤੇਰਾ ਸਤਿਕਾਰ ਕਰੇ, ਮਿੱਠਾ ਬੋਲੇ ਤੇਰੇ ਨਾਲ, ਜੀ ਆਇਆਂ ਨੂੰ ਕਹੇ, ਇਹ ਗੱਲ ਤੈਨੂੰ ਕਿੰਨਾ ਚਿਰ ਯਾਦ ਰਹੂਗੀ। ਕਹਿੰਦੇ ਇਹ ਗੱਲ ਤਾਂ ਮੈਨੂੰ ਮਰਦੇ ਦਮ ਤੱਕ ਨਹੀਂ ਭੁੱਲਣੀ, ਵੀ ਕਿਸੇ ਨੇ ਮੇਰੇ ਨਾਲ ਇੱਕ ਸਮੇਂ ਇੰਨਾ ਸੋਹਣਾ ਵਿਵਹਾਰ ਕੀਤਾ ਸੀ, ਇੰਨਾ ਸੁੰਦਰ ਸਵਾਗਤ ਕੀਤਾ ਸੀ ਮੇਰਾ, ਜੀ ਆਇਆਂ ਨੂੰ ਵੈਲਕਮ ਆਖਿਆ ਸੀ, ਮੈਨੂੰ ਨਹੀਂ ਭੁੱਲੇਗੀ। ਸੋਹਣੇ ਚਿਹਰੇ 5 ਮਿੰਟ 10 ਮਿੰਟ ਯਾਦ ਰਹਿੰਦੇ ਨੇ, ਕਿਸੇ ਦਾ ਸੁੰਦਰ ਵਿਵਹਾਰ ਸਾਰੀ ਉਮਰ ਤੱਕ ਯਾਦ ਰਹਿੰਦਾ, ਵੀ ਫਲਾਣਾ ਬੰਦਾ ਮੈਨੂੰ ਮਿਲਿਆ ਸੀ। ਤਾਂ ਕਰਕੇ ਸੋਹਣੀਆਂ ਸ਼ਕਲਾਂ ਨਾਲੋਂ ਸੋਹਣੇ ਸੁਭਾਅ ਦੀ ਕੀਮਤ ਜ਼ਿਆਦਾ ਹੈ, ਜ਼ਿਆਦਾ ਹੈ। ਇੱਕ ਸਾਖੀ ਆਉਂਦੀ ਆ, ਇਵੇਂ ਵੱਧ ਹੋਰ ਸਮਝੋਗੇ, ਕਲੀਅਰ ਹੋ ਜੂ ਗੱਲ। ਅਸ਼ਟਾਵਕਰ ਨਾਂ ਦਾ ਇੱਕ ਵਿਅਕਤੀ ਸੀ, ਦੇਖਣ ਨੂੰ ਲੱਗਦਾ ਸੀ ਸਰੀਰ ਜਿਵੇਂ ਇੱਕ ਕਾਰਟੂਨ ਨਹੀਂ ਹੁੰਦੇ ਜਿੱਦਾਂ, ਇੱਦਾਂ ਸੀ, ਬਸ 8 ਵਲ ਪੈਂਦੇ ਸੀ, ਤੁਰਦਾ ਸੀ ਤੇ 8 ਵਲ ਪੈਣ ਸਰੀਰ 'ਚ, ਤੇ ਨਾਂ ਰੱਖਤਾ ਅਸ਼ਟਾਵਕਰ। ਇਹਨੇ ਸੁੰਦਰ ਸੁੰਦਰ ਗ੍ਰੰਥ ਲਿਖੇ ਨੇ, ਬੜਾ ਵਿਦਵਾਨ ਸੀ। ਇੱਕ ਰਾਜਾ ਸੀ ਤੇ ਉਹਨੇ ਕੁਝ ਸਵਾਲ ਪੁੱਛੇ ਸੀ ਸਭਾ ਦੇ ਵਿੱਚ, ਤੇ ਵੱਡੇ ਵੱਡੇ ਵਿਦਵਾਨ ਉਹਨੇ ਕੈਦ ਕੀਤੇ ਹੋਏ ਸੀ। ਇਹਦੇ ਪਿਤਾ ਨੂੰ ਵੀ ਕਰ ਲਿਆ ਕੈਦ, ਅਸ਼ਟਾਵਕਰ ਦੇ ਪਿਤਾ ਨੂੰ ਵੀ ਕੈਦ ਕਰ ਲਿਆ, ਕਿ ਜਿਹੜਾ ਮੇਰਾ ਜਵਾਬ ਦਊਗਾ ਉਹਨੂੰ ਹੀ ਖਲਾਸੀ ਹੋਊਗੀ, ਉਹਦੀ ਹੀ ਆਜ਼ਾਦੀ ਹੋਣੀ, ਸਾਰੇ ਕੈਦ ਨੇ, ਇੱਥੇ ਹੀ ਰਹਿਣਗੇ ਮੇਰੇ ਕੋਲ। ਅਸ਼ਟਾਵਕਰ ਚਲਾ ਗਿਆ। ਸਭਾ ਦੇ ਵਿੱਚ ਜਦੋਂ ਗਿਆ ਤੇ ਸਭਾ ਦੇ ਵਿਦਵਾਨ ਜਿਹੜੇ ਸੀ ਦੇਖ ਕੇ ਹੱਸ ਪਏ ਇਹਨੂੰ, ਕਿ ਇਹ ਕਿਹੋ ਜਿਹਾ ਬੰਦਾ ਹੈ, ਜਦੋਂ ਤੁਰਦਾ 8 ਵਲ ਪੈਂਦੇ ਨੇ। ਪਹਿਲਾਂ ਲੋਕ ਹੱਸੇ, ਵਿਦਵਾਨ ਪੰਡਿਤ ਹੱਸੇ, ਰਾਜਾ ਵੀ ਹੱਸ ਪਿਆ ਵੀ ਕਿਹੋ ਜਿਹਾ ਬੰਦਾ ਹੈ। ਜਦੋਂ ਸਾਰੇ ਹੱਸ ਕੇ ਹਟ ਗਏ, ਫਿਰ ਅਸ਼ਟਾਵਕਰ ਹੱਸਿਆ। ਫਿਰ ਉਹਨੇ ਪੁੱਛਿਆ ਰਾਜੇ ਨੇ ਵੀ ਇਹ ਹੱਸੇ, ਮੈਨੂੰ ਪਤਾ ਹੈ ਕਿਉਂ ਹੱਸੇ ਨੇ, ਤੈਨੂੰ ਵੇਖ ਕੇ ਹੱਸੇ ਨੇ, ਤੂੰ ਹੱਸਿਆ, ਮੈਨੂੰ ਇਹ ਨਹੀਂ ਸਮਝ ਆਈ। ਉਹ ਕਹਿੰਦੇ ਮੈਂ ਤਾਂ ਹੱਸਿਆ, ਤੂੰ ਕਹਿੰਦਾ ਹੈ ਰਾਜਨ ਇਹ ਪੰਡਤਾਂ ਦੀ ਸਭਾ ਹੈ, ਵਿਦਵਾਨਾਂ ਦੀ ਸਭਾ, ਪਰ ਇਹ ਚਮਾਰਾਂ ਦੀ ਸਭਾ ਹੈ। ਇਹਨਾਂ ਮੇਰੇ ਚੰਮ ਦੀ ਪਰਖ ਕੀਤੀ ਆ, ਮੇਰਾ ਅੰਦਰ ਨਹੀਂ ਵੇਖਿਆ ਇਹਨਾਂ ਨੇ ਕਿ ਮੇਰੇ ਕੋਲ ਕਿੰਨਾ ਗਿਆਨ ਆ, ਮੇਰੇ ਅੰਦਰ ਕਿਤਨੇ ਕੀਮਤੀ ਲਾਲ ਰਤਨ ਜਵਾਹਰ ਮਾਨਕ ਨੇ, ਉਹ ਨਹੀਂ ਦੇਖੇ, ਮੇਰਾ ਸਰੀਰ ਦੇਖ ਕੇ ਅੰਦਾਜ਼ਾ ਲਾ ਲਿਆ। ਫਿਰ ਅਸ਼ਟਾਵਕਰ ਨੇ ਜਿਹੜੇ ਜਵਾਬ ਦਿੱਤੇ ਸੀ ਰਾਜੇ ਦੀ ਗੱਲ ਦੇ, ਉਹ ਵਿਦਵਾਨ ਵੀ ਨਾ ਦੇ ਸਕੇ, ਜਿਹੜੇ ਸ਼ਕਲ ਕਰਕੇ ਸੋਹਣੇ ਸੀ। ਅਸ਼ਟਾਵਕਰ ਜਿਹੜਾ ਸੀ ਕਰੂਪ ਸੀ, ਸੁੰਦਰ ਨਹੀਂ ਸੀ, ਪਰ ਸੁਭਾਅ ਉਹਦਾ ਬੜਾ ਵਧੀਆ ਸੀ, ਕੰਮ ਉਹਦੇ ਬੜੇ ਵਧੀਆ ਸੀ। ਉਹਨੇ ਗੀਤਾ ਦੇ ਅਰਥ ਵੀ ਲਿਖੇ ਨੇ ਤੇ ਹੋਰ ਵੀ ਰਚਨਾਵਾਂ ਨੇ ਬੜੀਆਂ ਪਿਆਰੀਆਂ, ਕਿਆ ਬਾਤ ਹੈ।
ਤਾਂ ਕਹਿਣ ਦਾ ਭਾਵ ਇਹ ਹੈ, ਜਦੋਂ ਆਪਾਂ ਤੁਰੇ ਜਾਂਦੇ ਹੁੰਦੇ ਹਾਂ ਰਸਤੇ ਤੇ, ਬਹੁਤ ਜਗ੍ਹਾ ਤੇ ਆਪਾਂ ਸਾਰੇ ਜਾਂਦੇ ਹਾਂ, ਸੁੰਦਰ ਚਿਹਰੇ ਆਪਾਂ ਨੂੰ ਕਿੰਨਾ ਸਮਾਂ ਯਾਦ ਰਹਿੰਦੇ ਨੇ, 5 ਮਿੰਟ 10 ਮਿੰਟ ਬਸ। ਕੋਈ ਮਿਲਿਆ ਸੀ ਰਸਤੇ ਤੇ ਜਾਂਦਾ, ਚੰਗੇ ਸੁਭਾਅ ਵਾਲੇ ਆਖਰੀ ਸਾਹ ਤੱਕ ਨਹੀਂ ਭੁੱਲਣਗੇ ਉਹ ਬੰਦੇ ਦਾ ਚੰਗਾ ਸੁਭਾਅ ਸੀ। ਕਈ ਲੋਕ ਐਸੇ ਨੇ ਦੁਨੀਆ ਦੇ ਵਿੱਚ, ਇਹ ਇੱਕ ਆਪਾਂ ਕਹਿ ਸਕਦੇ ਹਾਂ ਹਜੇ ਮੈਚਿਓਰਿਟੀ ਨਹੀਂ ਆਈ, ਇੱਦਾਂ ਹੀ ਆ, ਨਾਤਾ ਜੋੜ ਲੈਂਦੇ ਨੇ ਬੱਚਾ ਬੱਚੀ ਇੱਕ ਦੂਜੇ ਦਾ ਸੁਹੱਪਣ ਦੇਖ ਕੇ, ਬਾਅਦ ਵਿੱਚ ਉਹਦਾ ਜਦੋਂ ਸੂਰਤ ਵੇਖ ਕੇ ਨਾਤਾ ਜੋੜ ਲੈਂਦੇ ਨੇ, ਜਦੋਂ ਸੀਰਤ ਦਾ ਸਾਹਮਣਾ ਕਰਨਾ ਪੈਂਦਾ ਆਦਤਾਂ ਦਾ, ਫਿਰ ਤਲਾਕ ਹੋ ਜਾਂਦਾ। ਅਸੀਂ ਵੇਖਦੇ ਹਾਂ ਉੱਪਰੋਂ ਦਿਖਾਉਣੇ ਵੀ ਉੱਪਰੋਂ ਹੀ ਆ। ਜਦੋਂ ਨਾ ਗਰੁੱਪ ਫੋਟੋ ਤੁਹਾਡੀ ਖਿੱਚੀ ਜਾਊਗੀ, ਤੁਸੀਂ ਦੇਖਿਓ ਸਭ ਤੋਂ ਪਹਿਲਾਂ ਜਦੋਂ ਆਊਗੀ ਐਲਬਮ ਬਣ ਕੇ ਤਿਆਰ ਹੋ ਕੇ, ਤੁਸੀਂ ਆਪ ਦੀ ਫੋਟੋ ਦੇਖੋਗੇ ਸਭ ਤੋਂ ਪਹਿਲਾਂ ਵੀ ਮੈਂ ਕਿਹੋ ਜਿਹਾ ਲੱਗਦਾ, ਕਿਉਂਕਿ ਅਸੀਂ ਆਪਣੇ ਆਪ ਨੂੰ ਮਹੱਤਵਪੂਰਨ ਸਮਝਦੇ ਹਾਂ ਦੂਜਿਆਂ ਨਾਲੋਂ। ਫਿਰ ਜਦੋਂ ਸ਼ੀਸ਼ਾ ਵੇਖਦੇ ਹਾਂ, ਇਹ ਵੇਖਦੇ ਹਾਂ ਵੀ ਅਸੀਂ ਕਿਹੋ ਜਿਹੇ ਦਿਖਾਂਗੇ ਦੂਜਿਆਂ ਨੂੰ, ਕਿਹੋ ਜਿਹੇ ਲਿਖਦੇ ਹਾਂ ਅਸੀਂ, ਸਾਡੀ ਦਿੱਖ ਕਿਹੋ ਜਿਹੀ ਆ। ਇਹ ਸਾਰੀ ਸਾਡੀ ਹਉਮੈ ਹੀ ਆ। ਗੁਰੂ ਮਹਾਰਾਜ ਕਹਿੰਦੇ ਸੂਰਤ ਤਾਂ ਹੈ, ਦੇ ਦਿੱਤੀ ਆ ਪਰਮਾਤਮਾ ਨੇ, ਸੀਰਤ ਘੜੋ, ਸੀਰਤ ਨੂੰ ਘੜਨ ਦੀ ਲੋੜ ਹੈ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, 4 ਚੀਜ਼ਾਂ ਹਨ, ਇਹ ਸੀਰਤ ਹੀ ਹਨ। ਮਨ ਨੂੰ ਘੜਨਾ ਸੀਰਤ ਘੜਨੀ ਹੁੰਦੀ ਆ, ਬੁੱਧ ਨੂੰ ਘੜਨਾ ਸੀਰਤ ਘੜਨੀ ਹੁੰਦੀ ਆ, ਮਨ ਨੂੰ ਘੜਨਾ ਸੀਰਤ ਘੜਨੀ ਹੁੰਦੀ ਹੈ, ਸੁਰਤ ਘੜਨੀ ਸੀਰਤ ਘੜਨੀ ਹੁੰਦੀ ਹੈ। ਸੂਰਤਾਂ ਕਰਕੇ ਲੋਕ ਬੜੇ ਸੋਹਣੇ ਨੇ, ਪਰ ਉਹਨਾਂ ਦੀਆਂ ਆਦਤਾਂ ਨਹੀਂ ਸੋਹਣੀਆਂ। ਪਰਿਵਾਰ ਵਾਲੇ ਅੱਕੇ ਪਏ ਨੇ ਉਹਨਾਂ ਤੋਂ ਵੀ ਇਹਨਾਂ ਦੀ ਸ਼ਕਲ ਹੀ ਸੋਹਣੀ ਆ, ਕੰਮ ਨਹੀਂ ਸੋਹਣੇ। ਸੀਰਤ ਬਣਾਓ ਆਪਦੀ, ਜਿਸ ਦੀ ਸੀਰਤ ਸੁੰਦਰ ਹੈ ਉਹ ਗੁਰੂ ਨੂੰ ਪ੍ਰਵਾਨ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਹਰਗੋਬਿੰਦ ਪਾਤਸ਼ਾਹ ਦੀ ਇੱਕ ਸਾਖੀ ਸੁਣੋ, ਹੋਰ ਸਮਝ ਆਵੇਗੀ। ਗੁਰੂ ਦਾ ਦਰਬਾਰ ਸਜਿਆ ਹੋਇਆ ਵਾ, ਮਾਤਾ ਦਮੋਦਰੀ ਜੀ ਆਏ। 6ਵੇਂ ਪਾਤਸ਼ਾਹ ਜੀ ਦੇ 3 ਵਿਆਹ ਹੋਏ ਸੀ। ਪਹਿਲਾ ਸਭ ਤੋਂ ਮਾਤਾ ਦਮੋਦਰੀ ਜੀ ਦੇ ਨਾਲ, ਦੂਸਰਾ ਮਾਤਾ ਨਾਨਕੀ ਜੀ ਦੇ ਨਾਲ, ਤੀਸਰਾ ਮਹਾਦੇਵੀ ਜੀ ਦੇ ਨਾਲ। ਮਾਤਾ ਦਮੋਦਰੀ ਜੀ ਦੀ ਕੁੱਖ ਤੋਂ ਬੀਬੀ ਵੀਰੋ ਨੇ ਜਨਮ ਲਿਆ, ਬੱਚੀ ਸੀ। ਮਾਤਾ ਦਮੋਦਰੀ ਕਹਿੰਦੇ ਸਾਹਿਬ ਜੀ, ਬੱਚੀ ਵਾਸਤੇ ਕੋਈ ਪਰਿਵਾਰ ਹੀ ਲੱਭ ਲਓ, ਸਗਾਈ ਹੋ ਜੇ, ਚੰਗੇ ਘਰੇ ਚੱਲੀ ਜਾਵੇ, ਜਿੱਦਾਂ ਮਾਵਾਂ ਨੂੰ ਫਿਕਰ ਹੁੰਦਾ ਧੀਆਂ ਦਾ। ਸਾਹਿਬ ਕਹਿੰਦੇ ਹੋ ਜਾਏਗਾ, ਹੋਵੇਗਾ, ਵਧੀਆ ਹੋਵੇਗਾ, ਪਰਮਾਤਮਾ ਵਧੀਆ ਕਰੇਗਾ। ਸੰਜੋਗ ਹੁੰਦੇ ਨੇ, ਕਈ ਵਾਰੀ ਰਿਸ਼ਤਾ ਜੋੜਦੇ ਆ, ਜੁੜਦਾ ਹੀ ਨਹੀਂ, ਕਈ ਵਾਰੀ ਪਤਾ ਹੀ ਨਹੀਂ ਲੱਗਦਾ ਵੀ ਇੱਕਦਮ ਜੁੜ ਜਾਂਦਾ। ਹੋ ਜਾਏਗਾ ਕਹਿੰਦੇ। ਗੁਰੂ ਦਾ ਦਰਬਾਰ ਸਜਿਆ ਹੋਇਆ, ਬਹੁਤ ਸੁੰਦਰ, ਬਹੁਤ ਸੰਗਤਾਂ ਆ ਰਹੀਆਂ ਨੇ। ਇੱਕ ਵਿਅਕਤੀ ਆਇਆ, ਉਹਦੇ ਮੈਲੇ ਕੱਪੜੇ ਪਾਏ ਹੋਏ ਨੇ, ਨਾਲ 7 ਸਾਲ ਦਾ ਬੱਚਾ ਉਹਦੇ। ਇਹ ਵਿਅਕਤੀ ਦਾ ਨਾਮ ਆ ਧਰਮ, ਬੱਚੇ ਦਾ ਨਾਮ ਆ ਸਾਧੂ। ਗੁਰੂ ਮਹਾਰਾਜ ਨੇ ਕੋਲ ਬੁਲਾਇਆ, ਪੁੱਛਿਆ ਕੌਣ ਹੋ, ਦੱਸੋ ਜੀ ਕੀ ਕਰਦੇ ਹੋ। ਕਹਿੰਦੇ ਜੀ ਨਾਮ ਮੇਰਾ ਧਰਮਾ ਹੈ ਤੇ ਇਹ ਮੇਰਾ ਬੱਚਾ ਹੈ ਤੇ ਇਹਦਾ ਨਾਮ ਮੈਂ ਸਾਧੂ ਰੱਖਿਆ। ਨਾ ਸਾਡੇ ਅੱਗੇ ਕੋਈ ਆ, ਨਾ ਸਾਡੇ ਪਿੱਛੇ ਕੋਈ ਆ। ਕਿਉਂ? ਕਿਉਂਕਿ ਪੈਸੇ ਹੈ ਨਹੀਂ। ਹੁਣ ਮੈਲੇ ਕੱਪੜੇ ਪਾਏ ਨੇ, ਕੁਚੈਲੇ ਕੱਪੜੇ ਪਾਏ ਨੇ, ਵੀ ਅੱਗੇ ਨਹੀਂ ਕੋਈ ਪਿੱਛੇ ਨਹੀਂ। ਰਿਸ਼ਤੇਦਾਰ ਵੀ ਬੋਲਣੋਂ ਹਟ ਜਾਂਦੇ ਜਦੋਂ ਪੈਸੇ ਨਹੀਂ ਹੁੰਦੇ। ਪੈਸੇ ਕੋਲ ਹੋਣ ਤੇ ਬੜੇ ਰਿਸ਼ਤੇਦਾਰ ਨੇ, ਕੋਲ ਕੁਝ ਨਹੀਂ ਤੇ ਕੋਈ ਬੁਲਾਉਂਦਾ ਵੀ ਨਹੀਂ। ਜਿਹੜੇ ਤਕੜੇ ਬੰਦੇ ਹੁੰਦੇ ਨੇ ਉਹਨਾਂ ਨਾਲ ਐਵੇਂ ਨਾਤਾ ਜੋੜੀ ਜਾਣਗੇ, ਅਸੀਂ ਉਹਦੇ ਰਿਸ਼ਤੇਦਾਰ ਆ, ਇੱਦਾਂ ਕਹਿੰਦੇ ਨੇ ਲੋਕ। ਇਸ ਕਰਕੇ ਉਹ ਕਹਿੰਦਾ ਵੀ ਮੇਰੇ ਅੱਗੇ ਵੀ ਕੋਈ ਨਹੀਂ, ਪਿੱਛੇ ਵੀ ਕੋਈ ਨਹੀਂ। ਮਹਾਰਾਜ ਮੈਂ ਤਾਂ ਤੁਹਾਡੇ ਦਰ ਤੇ ਆਇਆ ਹਾਂ, ਤੁਸੀਂ ਅਨਾਥਾਂ ਦੇ ਸਹਾਰੇ ਹੋ। ਗੁਰੂ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਆਖਿਆ, ਕਹਿੰਦੇ ਆ ਬੱਚੇ ਨੂੰ ਕੋਲ ਲੈ ਕੇ ਆਓ। ਮੇਰੇ ਕੋਲ ਬਿਠਾਇਆ, ਨਾਲੇ ਗਰੀਬ ਸੀ, ਮੈਲੇ ਕੱਪੜੇ ਪਾਏ ਸੀ। ਗੁਰੂ ਮਹਾਰਾਜ ਤਾਂ ਕਲਗੀ ਲਾਉਣ ਵਾਲੇ ਨੇ, ਸੂਰਮੇ ਘੋੜੇ ਰੱਖਣ ਵਾਲੇ ਨੇ, ਤਖਤ ਤੇ ਬਹਿਣ ਵਾਲੇ ਨੇ। ਕਹਿੰਦੇ ਲਿਆਓ ਛੁਹਾਰਾ, ਉਹ ਸਾਰੀਆਂ ਵਸਤੂਆਂ ਲਿਆਓ, ਲੱਡੂ ਜਿਹੜੀਆਂ ਇੱਕ ਸਗਾਈ ਦੀ ਰਸਮ ਤੇ ਕੀਤੀਆਂ ਜਾਂਦੀਆਂ ਨੇ,
ਉਹ ਬੱਚੇ ਨੂੰ ਗੁਰਸਿੱਖਾਂ ਦੇ ਪਾਸੋਂ ਫਿਰ ਰਸਮ ਕੀਤੀ ਸਗਾਈ ਦੀ। ਆਪਦੀ ਧੀ ਦਾ ਰਿਸ਼ਤਾ ਉਹ ਸਾਧੂ ਨਾਲ ਜੋੜਿਆ। ਰੌਲਾ ਪੈ ਗਿਆ ਸੰਗਤ ਵਿੱਚ, ਇਹ ਗੁਰੂ ਨੇ ਕੀ ਕਰ ਦਿੱਤਾ? ਆਪਦੀ ਧੀ ਮੈਲੇ ਕੱਪੜੇ ਵਾਲਿਆਂ ਨਾਲ ਜੋੜਤੀ ਆ। ਆਪਦੀ ਧੀ ਦਾ ਨਾਤਾ ਕਿੱਥੇ ਜੋੜਿਆ? ਗਰੀਬ ਨਾਲ ਜੋੜਤਾ, ਜਿਹਦੇ ਅੱਗੇ ਕੋਈ ਨਹੀਂ, ਜਿਹਦੇ ਪਿੱਛੇ ਕੋਈ ਨਹੀਂ। ਮਾਤਾ ਦਮੋਦਰੀ ਨੂੰ ਜਦੋਂ ਪਤਾ ਲੱਗਾ, ਕਹਿੰਦੇ ਸਾਹਿਬ ਜੀ ਮੈਂ ਕਹਿੰਨੀ ਆਪ ਜੀ ਨੂੰ, ਆਪ ਜੀ ਨੇ ਲੱਗਦਾ ਕੁਝ ਦੇਖਿਆ ਨਹੀਂ, ਭਾਵੁਕਤਾ ਚ ਆ ਕੇ ਰਿਸ਼ਤਾ ਜੋੜਿਆ ਹੈ। ਸੂਰਜ ਪ੍ਰਕਾਸ਼ ਗ੍ਰੰਥ 'ਚ ਇਵੇਂ ਹੀ ਲਿਖਿਆ, ਭਾਵੁਕਤਾ ਵਿੱਚ ਆ ਕੇ ਜੋੜਤਾ ਲੱਗਦਾ। ਕਹਿੰਦੇ ਨਹੀਂ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਪੈਸਾ ਆਉਂਦਾ ਹੈ ਜਾਂਦਾ ਹੈ, ਸੂਰਤ ਨਾ ਦੇਖ, ਇਹਨਾਂ ਦੀ ਸੀਰਤ ਦੇਖ, ਇਹ ਅੰਦਰੋਂ ਸੋਹਣੇ ਨੇ। ਇਹ ਜਿਹੜਾ ਸਾਧੂ ਆ ਨਾ ਬੱਚਾ, ਪਰਮਾਤਮਾ ਨੂੰ ਹਿਰਦੇ 'ਚ ਵਸਾਵੇਗਾ, ਇਹ ਵਾਕਈ ਸਾਧੂ ਆ, ਪਿਆਰ ਕਰੇਗਾ, ਇਹਦੇ ਅੰਦਰ ਸ਼ੁਭ ਗੁਣ ਹੋਣਗੇ। ਤੇ ਪੈਸੇ ਦੀ ਗੱਲ ਆ ਜਿਹੜੀ, ਉਹ ਇੱਕ ਦਿਨ ਅੱਜ ਗਿਆ ਫਿਰ ਆ ਜਾਏਗਾ। ਪਹਿਲਾਂ ਇਹ ਅਮੀਰ ਸੀ, ਫਿਰ ਗਰੀਬ ਹੋ ਗਏ, ਹੁਣ ਫਿਰ ਅਮੀਰ ਹੋ ਜਾਣਗੇ ਗਰੀਬ ਤੋਂ। ਪੈਸੇ ਦੀ ਗੱਲ ਨਹੀਂ, ਕਹਿੰਦੇ ਮੈਂ ਇਹਨਾਂ ਦੇ ਅੰਦਰਲੀ ਸੀਰਤ ਦੇਖੀ ਆ, ਬਾਹਰੋਂ ਨਹੀਂ ਦੇਖਿਆ ਵੀ ਇਹ ਅਮੀਰ ਨੇ। ਗੁਰੂ ਮਹਾਰਾਜ ਜਦੋਂ ਰਿਸ਼ਤਾ ਜੋੜਦੇ ਨੇ, ਅਮੀਰ ਥੋੜੀ ਵਹਿੰਦੇ ਨੇ ਵੀ ਅਮੀਰਾਂ ਨਾਲ ਜੋੜਨਾ ਨਾ। ਕਰ ਕਿਰਪਾ ਜਿਸਕੈ ਹਿਰਦੈ ਗਰੀਬੀ ਵਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਮਾਤਾ ਗੰਗਾ ਜੀ ਨੂੰ ਪਤਾ ਲੱਗਾ ਜਦੋਂ ਮੇਰੀ ਪੋਤਰੀ ਦਾ ਰਿਸ਼ਤਾ ਬੀਬੀ ਵੀਰੋ ਦਾ ਇੱਕ ਗਰੀਬ ਪਰਿਵਾਰ ਨਾਲ ਜੋੜਿਆ ਸਾਹਿਬ ਨੇ, ਉਹ ਕਹਿੰਦੇ ਬਿਲਕੁਲ ਠੀਕ ਕੀਤਾ, ਮੇਰੇ ਪੁੱਤਰ ਨੇ ਜੋ ਕੀਤਾ ਮੇਰੀ ਪੀਰੀ ਦੇ ਮਾਲਕ ਨੇ ਸਹੀ ਕੀਤਾ, ਜੋ ਅੱਜ ਤੱਕ ਹੋਇਆ ਸਹੀ ਕੀਤਾ, ਜੋ ਅੱਗੇ ਕਰਨਗੇ ਸਹੀ ਹੋਵੇਗਾ। ਗੁਰਸਿੱਖ ਪਿਆਰਿਓ, ਗੱਲ ਆਪਾਂ ਇਹ ਕਰ ਰਹੇ ਹਾਂ ਸੂਰਤ ਤੇ ਸੀਰਤ ਦੀ। ਚੰਗੀਆਂ ਸੂਰਤਾਂ, ਸੋਹਣੀਆਂ ਸੂਰਤਾਂ ਤੁਹਾਨੂੰ ਰਸਤੇ 'ਚ ਜਾਂਦਿਆਂ ਨੂੰ ਮਿਲਣਗੀਆਂ। ਕਿੰਨਾ ਸਮਾਂ ਤੁਸੀਂ ਯਾਦ ਰੱਖੋਗੇ? 5 ਮਿੰਟ 10 ਮਿੰਟ। ਕੋਈ ਚੰਗਾ ਬੰਦਾ ਮਿਲਦਾ, ਉਹਦਾ ਵਿਵਹਾਰ ਚੰਗਾ, ਉਹਦਾ ਸੁਭਾਅ ਚੰਗਾ, ਉਹ ਸਾਰੀ ਜ਼ਿੰਦਗੀ ਯਾਦ ਰਹਿੰਦਾ ਹੈ। ਤਾਂ ਚੰਗੇ ਹੋਣਾ ਇਹ ਗੁਣਾਂ ਦੀ ਨਿਸ਼ਾਨੀ ਆ, ਇਹ ਗੁਰੂ ਵਾਂਗ ਗੁਰੂ ਵਾਲੇ ਹੋਣਾ ਹੈ। ਚੰਗੇ ਬਣਨਾ ਤੇ ਚੰਗਾ ਦਿਖਣਾ, ਇਹਨਾਂ 'ਚ ਵੀ ਫਰਕ ਹੁੰਦਾ। ਮੈਂ ਚੰਗਾ ਹਾਂ ਪਰ ਮੈਂ ਚੰਗਾ ਦਿਖ ਰਿਹਾ, ਇਹਨਾਂ ਦੋਨਾਂ ਗੱਲਾਂ 'ਚ ਬੜਾ ਅੰਤਰ ਆ। ਲੋਕ ਚੰਗਾ ਦਿਖਦੇ ਨੇ ਪਰ ਚੰਗੇ ਹੈ ਨਹੀਂ। ਗੁਰੂ ਮਹਾਰਾਜ ਕਹਿੰਦੇ ਸੀ ਚੰਗੇ ਦਿਖਣਾ ਹੀ ਨਹੀਂ, ਚੰਗੇ ਬਣਨਾ ਵੀ ਆ। ਚੰਗੇ ਦਿਖਣਾ ਹੋਰ ਗੱਲ ਆ, ਚੰਗੇ ਹੋਣਾ ਹੋਰ ਗੱਲ ਆ। ਦੋਨਾਂ ਗੱਲਾਂ 'ਚ ਬਹੁਤ ਜ਼ਮੀਨ ਅਸਮਾਨ ਜਿੰਨਾ ਅੰਤਰ ਆ। ਤੁਸੀਂ ਚੰਗੇ ਦਿਖਦੇ ਹੋ, ਤੁਸੀਂ ਚੰਗੇ ਹੋ, ਤੁਸੀਂ ਆਪਣੇ ਆਪ ਨੂੰ ਦਿਖਾ ਰਹੇ ਹੋ ਮੈਂ ਚੰਗਾ ਹਾਂ, ਇਹ ਹੋਰ ਗੱਲ ਆ। ਇਹ ਬਹੁਤ ਗੁਰੂ ਤੋਂ ਉਲਟ ਗੱਲ ਹੈ। ਤੁਸੀਂ ਚੰਗੇ ਹੋ, ਇਹ ਗੁਰੂ ਵਾਲੀ ਗੱਲ ਆ। ਮੇਰੇ ਮਨ ਹਰ ਹਰ ਸ਼ਾਂਤ ਵਸਾਈ, ਗੁਰੂ ਨੇ ਮੇਰੇ ਮਨ ਦੇ ਵਿੱਚ ਸ਼ਾਂਤੀ ਬਖਸ਼ੀ ਆ, ਜਿਹੜੀ ਪੈਸੇ ਦੇ ਕੇ ਨਹੀਂ ਮਿਲਦੀ। ਗੁਰੂ ਤੋਂ ਕੀ ਮਿਲਦਾ ਹੈ? ਗੁਰੂ ਦੀ ਕਥਾ ਵਿਚਾਰ ਤੋਂ, ਗੁਰੂ ਦੇ ਕੀਰਤਨ ਤੋਂ, ਗੁਰਬਾਣੀ ਤੋਂ ਕੀ ਮਿਲਦਾ ਹੈ? ਕੀ ਜੇ ਆਪਾਂ ਗੁਰਬਾਣੀ ਪੜ੍ਹਦੇ ਹਾਂ ਬਦਲੇ 'ਚ ਪੈਸੇ ਦਿੰਦਾ ਹੈ ਗੁਰੂ ਆਪਾਂ ਨੂੰ, ਬਦਲੇ 'ਚ ਕੋਠੀਆਂ ਦਿੰਦਾ ਹੈ, ਕਾਰਾਂ ਦਿੰਦਾ ਨਹੀਂ, ਸ਼ਾਂਤੀ ਦਿੰਦਾ, ਜਿਹੜੀ ਕਿ ਕੋਠੀਆਂ ਵਾਲਿਆਂ ਵਿੱਚ ਹੈ ਨਹੀਂ, ਵੱਡੀਆਂ ਕਾਰਾਂ ਵਾਲਿਆਂ 'ਚ ਹੈ ਨਹੀਂ। ਇਹ ਉਹ ਦਿੰਦਾ ਜਿਹੜੀ ਪੈਸੇ ਨਾਲ ਨਹੀਂ ਮਿਲਦੀ ਚੀਜ਼। ਗੁਰੂ ਸਾਹਿਬ ਜੀ ਦੇਖੋ ਗੁਰਸਿੱਖ ਪਿਆਰਿਓ, ਉਹ ਚੀਜ਼ਾਂ ਬਖਸ਼ਦੇ ਨੇ ਜਿਹੜੀਆਂ ਪੈਸੇ ਨਾਲ ਨਹੀਂ ਮਿਲਦੀਆਂ। ਬਸ ਸਿੱਧੀ ਸਿੱਧੀ ਸਰਲ ਸਰਲ ਗੱਲ ਇਹ ਆ, ਜਿਹੜੀਆਂ ਹੱਟੀ ਤੇ ਨਹੀਂ ਮਿਲਦੀਆਂ। ਹੱਟੀ ਤੇ ਸਟੋਰਾਂ ਤੇ ਮੌਲਾਂ ਦੇ ਵਿੱਚ ਬੜਾ ਕੁਝ ਵਿਕ ਰਿਹਾ, ਤੁਹਾਡੇ ਕੋਲ ਪੈਸੇ ਨੇ, ਤੁਸੀਂ ਖਰੀਦ ਲਓਗੇ, ਪਰ ਮਨ ਦੀ ਸ਼ਾਂਤੀ, ਮਨ ਦਾ ਸਕੂਨ ਇਹ ਨਹੀਂ ਖਰੀਦ ਪਾਵੋਗੇ। ਇਹ ਕਮਾਉਣਾ ਪੈਂਦਾ ਹੈ। ਕਈ ਚੀਜ਼ਾਂ ਬਣੀਆਂ ਬਣਾਈਆਂ ਮਿਲ ਜਾਂਦੀਆਂ ਨੇ, ਕਈ ਚੀਜ਼ਾਂ ਕਮਾਉਣੀਆਂ ਪੈਂਦੀਆਂ। ਸ਼ਾਂਤੀ ਕਮਾਉਣੀ ਪੈਂਦੀ ਆ। ਮੇਰੇ ਮਨ ਹਰ ਹਰ ਸ਼ਾਂਤ ਵਸਾਈ, ਕਦੋਂ? ਗੁਰਮਤਿ ਨਗਰੀ ਖੋਜ ਖੁਜਾਈ। ਜਦੋਂ ਮੈਂ ਆਪਣੇ ਆਪ ਨਾਲ ਬੈਠਿਆ ਹਾਂ ਉਦੋਂ ਹੀ ਮੈਨੂੰ ਸ਼ਾਂਤੀ ਆਈ ਆ। ਤਿਸ਼ਨਾ ਅਗਨ ਬੁਝੀ ਕਿਨ ਅੰਤਰ, ਗੁਰ ਮਿਲੇ ਸਭ ਭੁੱਖ ਗਵਾਈ। ਮੇਰੇ ਅੰਦਰ ਦੀ ਤ੍ਰਿਸ਼ਨਾ, ਮੇਰੇ ਅੰਦਰ ਦੀ ਅਗਨੀ ਬੁਝੀ
ਮੇਰੇ ਅੰਦਰ ਦੀ ਭੁੱਖ ਗਵਾਚੀ ਜਦੋਂ ਤੂੰ ਮੈਨੂੰ ਮਿਲਿਆ ਹੈ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਕਈ ਬੰਦੇ ਐਸੇ ਹੁੰਦੇ ਨੇ, ਉਹਨਾਂ ਦਾ ਜਿਹੜਾ ਮਰਨਾ ਹੁੰਦਾ ਨਾ, ਜਿਹੜਾ ਉਹਨਾਂ ਦਾ ਮਰਨਾ ਹੁੰਦਾ ਉਹ ਵੀ ਚੜ੍ਹਦੀ ਕਲਾ ਵਾਲਾ ਹੁੰਦਾ। ਕਈ ਬੰਦੇ ਐਸੇ ਹੁੰਦੇ ਨੇ, ਉਹਨਾਂ ਦਾ ਜਿਉਣਾ ਵੀ ਢਹਿੰਦੀ ਕਲਾ ਵਾਲਾ ਹੁੰਦਾ। ਜਿਉਣਾ ਮਰਨਾ, ਇਹਦੇ ਵਿਚਕਾਰ ਅਸੀਂ ਕਹਿੰਦੇ ਹਾਂ ਜ਼ਿੰਦਗੀ ਆ। ਜੰਮਣਾ ਤੇ ਮਰਨਾ, ਇਹਦੇ ਵਿਚਕਾਰ ਜੋ ਵੀ ਘਟਦਾ ਉਹਨੂੰ ਜ਼ਿੰਦਗੀ ਕਿਹਾ ਜਾਂਦਾ। ਇਸ ਪ੍ਰਕਾਰ ਕਈਆਂ ਦਾ ਮਰਨਾ ਵੀ ਚੜ੍ਹਦੀ ਕਲਾ ਵਾਲਾ ਹੁੰਦਾ, ਕਈਆਂ ਦਾ ਜਿਉਣਾ ਵੀ ਢਹਿੰਦੀ ਕਲਾ ਵਾਲਾ ਹੁੰਦਾ। ਅਮਰੀਕਾ ਦੇ ਵਿੱਚ, USA ਦੇ ਵਿੱਚ ਇੱਕ ਗਵਰਨਰ ਸੀ ਕਿਸੇ ਸੂਬੇ ਦਾ। ਇੱਕ ਸੁੰਦਰ ਕਹਾਣੀ ਲਿਖੀ ਕਿਸੇ ਵੀਰ ਨੇ, ਉਹਦੀ ਅਸਲ ਜੀਵਨੀ ਆ। ਗਵਰਨਰ ਸੀ ਕੋਈ, ਜਦੋਂ ਅੰਤਲਾ ਸਮਾਂ ਆਇਆ ਨਾ, ਆਪਦੇ ਸਾਥੀਆਂ ਨੂੰ ਬੁਲਾ ਕੇ ਆਖਿਆ, ਆਫੀਸਰ ਸੀ ਵੱਡਾ, ਕਹਿੰਦਾ ਮੇਰੀ ਯਾਦ ਵਿੱਚ ਕਿਤੇ ਕੋਈ ਕਬਰ ਨਾ ਬਣਾ ਦਿਓ, ਕੋਈ ਪੱਥਰ ਦੀ ਮੂਰਤੀ ਨਾ ਬਣਾ ਦਿਓ ਮੇਰੀ ਯਾਦ ਵਿੱਚ, ਇੱਦਾਂ ਨਾ ਕਰਿਓ, ਉਹਦਾ ਕੋਈ ਲਾਭ ਨਹੀਂ ਹੋਣਾ। ਵੀ ਬੁੱਤ ਨੇ ਉਹ ਇੱਕ ਜਗ੍ਹਾ ਹੀ ਪਏ ਰਹਿੰਦੇ ਨੇ, ਉਹਨਾਂ ਤੋਂ ਕੁਝ ਨਿਕਲਦਾ ਨਹੀਂ ਹੈਗਾ, ਪੱਥਰਾਂ ਤੋਂ ਵਿੱਚੋਂ ਕੁਝ ਬਣਦਾ ਹੀ ਨਹੀਂ, ਨਿਕਲਦਾ ਨਹੀਂ, ਉਪਜਦਾ ਨਹੀਂ, ਆਊਟਪੁੱਟ ਨਹੀਂ ਆਉਂਦੀ ਬਾਹਰ। ਕਹਿੰਦੇ ਜਿੱਥੇ ਮੇਰਾ ਆਖਰੀ ਸਮਾਂ ਹੋਵੇਗਾ ਉੱਥੇ ਤੁਸੀਂ ਅਖਰੋਟ ਦੇ ਦਰਖਤ ਲਾਏ। ਅਖਰੋਟ ਦੇ ਦਰਖਤ ਲਾਓਗੇ, ਜਦੋਂ ਲੋਕ ਆਇਆ ਕਰਨਗੇ ਬੀਜਾਂ ਵਾਂਗ ਉਹਨਾਂ ਨੂੰ ਅੱਗੇ ਵੰਡਿਓ। ਜੇ ਆਪਾਂ ਬੀਜ ਨਹੀਂ ਵੰਡਦੇ ਤੇ ਅੱਗੇ ਅੱਗੇ ਹੋਰ ਅਖਰੋਟ ਲੱਗਣਗੇ। ਇਦਾਂ ਹੀ ਕੀਤਾ ਗਿਆ। ਉਹ ਕਹਿੰਦੇ ਉਸ ਸੂਬੇ ਵਿੱਚ ਉਹਦੇ ਮਰਨ ਤੋਂ ਬਾਅਦ ਅਖਰੋਟ ਦੇ ਦਰਖਤ ਲਾਏ ਗਏ ਉਸ ਜਗ੍ਹਾ ਤੇ। ਉਧਰਲੀਆਂ ਧਰਤੀਆਂ ਜਿਹੜੀਆਂ ਨੇ ਚੀਜ਼ਾਂ ਨੂੰ ਮਤਲਬ ਕਿ ਛੇਤੀ ਫਲੀਭੂਤ ਕਰਦੀਆਂ ਨੇ ਇਹ ਬੂਟਿਆਂ ਨੂੰ, ਤਾਂ ਉਹਨਾਂ ਫਿਰ ਇਹੀ ਕੀਤਾ ਤੇ ਅਖਰੋਟ ਹੀ ਹੋ ਗਏ ਉੱਥੇ ਸਮਾਂ ਪਾ ਕੇ। ਕਈਆਂ ਦਾ ਮਰਨਾ ਜਿਹੜਾ ਹੁੰਦਾ ਨਾ ਉਹ ਕੁਝ ਦੇ ਜਾਂਦਾ ਹੈ, ਕਈਆਂ ਦਾ ਜਿਉਣਾ ਵੀ ਕੁਝ ਖੋਹ ਲੈਂਦਾ ਹੈ। ਤੁਸੀਂ ਆਪਦੀ ਜ਼ਿੰਦਗੀ ਨੂੰ ਇਹੋ ਜਿਹਾ ਬਣਾਓ, ਤੁਸੀਂ ਜਿਉਵੋ ਤੇ ਕੁਝ ਵੰਡ ਕੇ ਜਾਵੋ, ਤੁਸੀਂ ਜਿਉਵੋ ਤੇ ਕੁਝ ਵੰਡ ਕੇ ਜਾਵੋ। ਮਹਾਰਾਜ ਨੇ ਆਖਿਆ ਸੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਜਿਹੜੀ ਤੀਜੀ ਗੱਲ ਹੈ ਵੰਡ ਕੇ ਛਕਣਾ, ਇਹਦੇ ਅਰਥ ਇਕੱਲਾ ਪੈਸਾ ਨਹੀਂ ਹੁੰਦੇ। ਇਹਦੇ ਅਰਥ ਇਹ ਵੀ ਨੇ ਤੁਸੀਂ ਆਪਦੇ ਦੁੱਖ ਨੂੰ ਵੀ ਵੰਡ ਸਕਦੇ ਹੋ, ਤੁਸੀਂ ਆਪਦੇ ਸੁੱਖ ਨੂੰ ਵੀ ਵੰਡ ਸਕਦੇ ਹੋ, ਤੁਸੀਂ ਆਪਦੇ ਹਾਸੇ ਨੂੰ ਵੀ ਵੰਡ ਸਕਦੇ ਹੋ, ਤੁਸੀਂ ਆਪਦੇ ਗਿਆਨ ਨੂੰ ਵੀ ਵੰਡ ਸਕਦੇ ਹੋ, ਤੁਸੀਂ ਆਪਦੀ ਜਿਹੜੀ ਤੁਹਾਡੇ ਕੋਲ ਸੂਝ ਆ ਸਿਆਣਪ ਆ ਉਹ ਵੀ ਵੰਡ ਸਕਦੇ ਹੋ। ਇੰਨੀਆਂ ਗੱਲਾਂ ਇਹਦੇ ਵਿੱਚ ਆ ਜਾਂਦੀਆਂ ਨੇ। ਆਪਦੀ ਮੁਸਕਰਾਹਟ ਵੀ ਵੰਡ ਸਕਦੇ ਹੋ, ਆਪਦੀ ਸਿਆਣਪ ਵੀ ਵੰਡ ਸਕਦੇ ਹੋ, ਆਪਦਾ ਗਿਆਨ ਵੀ ਵੰਡ ਸਕਦੇ ਹੋ। ਗੁਰੂ ਮਹਾਰਾਜ ਨੇ ਜਿਹੜਾ ਪ੍ਰਚਾਰ ਬਣਾਇਆ ਸੀ, ਪ੍ਰਚਾਰ ਕਰਨਾ ਨਗਰਾਂ 'ਚ ਜਾ ਕੇ, ਉਹ ਇੱਕ ਸਾਖੀਆਂ ਵੰਡਣਾ ਸੀ। ਗੁਰੂ ਦੀਆਂ ਸਾਖੀਆਂ ਇੱਕ ਨਗਰ ਤੋਂ ਦੂਜੇ ਨਗਰ 'ਚ ਵੰਡਣੀਆਂ। ਉਹਦੇ ਲਈ ਮੰਜੀ ਪ੍ਰਥਾ ਬਣਾਈ ਗੁਰੂ ਅਮਰਦਾਸ ਜੀ ਨੇ। 22 ਮੰਜੀਆਂ ਸਥਾਪਿਤ ਕੀਤੀਆਂ, 22 ਸਿੱਖ ਪ੍ਰਚਾਰਕ, ਉਹਨਾਂ ਨੂੰ ਚੰਗੀ ਸਿੱਖਿਆ ਦਿੱਤੀ, ਪਹਿਲਾਂ ਪੜ੍ਹਾਇਆ ਉਹਨਾਂ ਨੂੰ। ਜੇ ਪੜ੍ਹਾ ਕੇ ਉਹ ਕਹਿੰਦੇ ਬਹਿ ਜਾਓ ਇੱਕ ਜਗ੍ਹਾ ਟਿਕ ਕੇ, ਫਿਰ ਸਿੱਖੀ ਦਾ ਪ੍ਰਚਾਰ ਕਿਵੇਂ ਹੁੰਦਾ। ਜੇ ਤੁਸੀਂ ਅੱਜ ਕਸ਼ਮੀਰ ਜਾਓ ਉੱਥੇ ਸਿੱਖ ਮਿਲਦੇ ਨੇ, ਪਟਨਾ ਸਾਹਿਬ ਜਾਓ ਉੱਥੇ ਸਿੱਖ ਮਿਲਦੇ ਨੇ, ਨੰਦੇੜ ਜਾਓ ਉੱਥੇ ਸਿੱਖ ਮਿਲਦੇ ਨੇ, ਸਭ ਪ੍ਰਚਾਰ ਕਰਕੇ ਹੀ ਆ। ਗੁਰੂ ਮਹਾਰਾਜ ਨੇ 22 ਮੰਜੀਆਂ ਸਥਾਪਿਤ ਕੀਤੀਆਂ, ਉੱਥੇ ਮਸਨਦ ਬਿਠਾਏ। ਮਸਨਦ ਤੋਂ ਬਾਅਦ ਇਹ ਸ਼ਬਦ ਮਸੰਦ ਬਣਿਆ। ਜਿਹੜੇ ਗੁਰੂ ਘਰ ਦੇ ਪ੍ਰਚਾਰਕ ਸਨ ਉਹਨਾਂ ਜਾ ਕੇ ਗੁਰੂ ਦੀਆਂ ਸਾਖੀਆਂ ਵੰਡੀਆਂ ਅੱਗੇ। ਉਹ ਸਾਖੀਆਂ ਫਿਰ ਅੱਗੇ ਪਹੁੰਚੀਆਂ, ਬਜ਼ੁਰਗਾਂ ਨੇ ਆਪਦੇ ਬੱਚਿਆਂ ਨੂੰ ਸੁਣਾਈਆਂ, ਬੱਚਿਆਂ ਨੇ ਅੱਗੇ ਆਪਦੇ ਬੱਚਿਆਂ ਨੂੰ ਸੁਣਾਈਆਂ। ਤਾਂ ਹੀ ਇਹ ਚੀਜ਼ਾਂ ਅੱਜ ਆਪਣੇ ਕੋਲ ਬਚੀਆਂ ਹੋਈਆਂ ਨੇ। ਜੇ ਆਪਾਂ ਆਪਦੇ ਬੱਚਿਆਂ ਨੂੰ ਸੁਣਾਉਣੋਂ ਹਟ ਗਏ ਆ ਚੀਜ਼ਾਂ, ਇਹ ਅਲੋਪ ਹੋ ਜਾਣੀਆਂ। ਜੇ ਸਾਨੂੰ ਸਾਡਾ ਜੇ ਇਤਿਹਾਸ ਮਿਲਦਾ ਹੈ ਕਿਸੇ ਦਾ ਸਾਂਭਿਆ ਹੋਇਆ ਵਾ ਤਾਂ ਮਿਲਦਾ। ਜੇ ਕਿਸੇ ਵੀ ਕੌਮ ਨੂੰ ਉਹਦਾ ਇਤਿਹਾਸ ਮਿਲਦਾ ਹੈ ਤਾਂ ਇਹ ਚੀਜ਼ ਤਾਂ ਵਾ ਉਹਨਾਂ ਵੰਡ ਕੇ ਛਕੀ ਸੀ, ਸਾਂਭੀ ਹੋਈ ਸੀ। ਜੇ ਅਸੀਂ ਇਹ ਚੀਜ਼ਾਂ ਇੱਕ ਦੂਜੇ ਨੂੰ ਸੁਣਾਉਣੋਂ ਹਟ ਗਏ ਇਹ ਅਲੋਪ ਹੋ ਜਾਣਗੀਆਂ।
ਜਿਹਦੇ ਵਿੱਚ ਲੋਕ ਬਦਲਾਵ ਕਰ ਦੇਣਗੇ, ਇਹਦੇ ਵਿੱਚ ਆਪਦੀਆਂ ਚੀਜ਼ਾਂ ਭਰ ਦੇਣਗੇ, ਗਲਤ ਚੀਜ਼ਾਂ ਪਾ ਦੇਣਗੇ, ਵੀ ਧਿਆਨ ਨਹੀਂ ਦੇ ਰਹੇ। ਤਾਂ ਕਰਕੇ ਸੁਣ ਸਾਖੀ ਮਨ ਜਪ ਪਿਆਰ, ਸੁਣ ਸਾਖੀ ਜਪ ਮਨ ਪਿਆਰ, ਸੁਣ ਸਾਖੀ। ਹੇ ਮੇਰੇ ਗੁਰੂ ਦੇ ਸਿੱਖ, ਸਾਖੀ ਸੁਣ ਗੁਰੂ ਦੀ ਤੇ ਉਹਦੇ ਨਾਲ ਪਿਆਰ ਕਰ ਤੇ ਇਹਨੂੰ ਅੱਗੇ ਵੰਡ, ਇਹਨੂੰ ਵੰਡ ਕੇ ਛਕਣਾ ਕਹਿੰਦੇ ਨੇ। ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ, ਹੇ ਗੁਰੂ ਮੈਂ ਤੇਰੇ ਗੁਣ ਗਾਉਂਦਾ ਹਾਂ। ਸਤਿਗੁਰ ਦਿਆਲ ਗੁਣ ਨਾਮ ਦ੍ਰਿੜਾਈ, ਸਤਿਗੁਰੂ ਦਿਆਲ ਨੇ, ਉਹਨਾਂ ਦੇ ਗੁਣ ਵੀ ਉੱਚੇ ਨੇ, ਉਹ ਮੈਂ ਵਾਰ-ਵਾਰ ਯਾਦ ਕਰਦਾ ਹਾਂ। ਹਾਂ ਹਰ ਪ੍ਰਭ ਪਿਆਰਾ ਢੂੰਡ ਢੁੰਡਾਈ, ਸਤ ਸੰਗਤ ਮਿਲ ਹਰ ਰਸ ਪਾਈ। ਕਹਿੰਦੇ ਸੰਗਤ ਕਿਹਨੂੰ ਕਹਿੰਦੇ ਨੇ? ਮੈਂ ਇੱਕ ਪੁਸਤਕ ਪੜ੍ਹੀ, ਬੜੀ ਪਿਆਰੀ ਸੀ, ਉਹਦੇ ਵਿੱਚ ਸੰਗਤ ਦੇ ਅਰਥ ਲਿਖੇ ਸੀ। ਕਹਿੰਦੇ ਉਹ ਸਮੂਹ, ਉਹ ਇਕੱਠ ਜਿਨ੍ਹਾਂ ਨੇ ਕਦੇ ਵੀ ਨਾ ਕੁਝ ਗਾਇਆ ਹੋਵੇ, ਜਿਨ੍ਹਾਂ ਨੂੰ ਗਾਉਣਾ ਹੀ ਨਾ ਆਉਂਦਾ ਹੋਵੇ, ਪਰ ਜਦੋਂ ਰਲ ਕੇ ਬਹਿਣ ਉਦੋਂ ਇੱਕ ਸੁਰ ਦੇ ਵਿੱਚ ਗਾਉਣ ਲੱਗ ਪੈਣ, ਉਹਨਾਂ ਨੂੰ ਸੰਗਤ ਕਹਿੰਦੇ ਨੇ। ਤੇ ਜਿਹੜਾ ਕੁਝ ਗਾਉਣਾ ਉਹ ਪ੍ਰਮਾਤਮਾ ਦੀ ਸਿਫਤ ਹੋਵੇ, ਕੁਝ ਹੋਰ ਨਾ ਹੋਵੇ। ਜਿਨ੍ਹਾਂ ਨੇ ਕਦੇ ਵੀ ਗਾਇਆ ਨਾ ਹੋਵੇ, ਇੱਕ ਸਮੂਹ ਦੇ ਵਿੱਚ, ਇੱਕ ਇਕੱਠ ਦੇ ਵਿੱਚ ਬਹਿ ਕੇ ਜਦੋਂ ਉਹ ਗਾਉਣ, ਇੱਕੋ ਸੁਰ ਦੇ ਵਿੱਚ ਗਾਉਣ, ਇੱਧਰ ਉੱਧਰ ਨਾ ਹੋਵੇ, ਉਹਨੂੰ ਸੰਗਤ ਕਹਿੰਦੇ ਨੇ। ਤਾਂ ਸਾਧ ਸੰਗਤ ਵਿੱਚ ਮਿਲ ਕੇ ਹਰ ਰਸ ਪਾਈ। ਜਦੋਂ ਤੁਸੀਂ ਵੇਖਿਓ ਇਕੱਠੇ ਹੋ ਕੇ ਆਪਾਂ ਵਾਹਿਗੁਰੂ ਕਹਿੰਦੇ ਹਾਂ, ਇਕੱਠੇ ਹੋ ਕੇ ਬੜਾ ਰਸ ਆਉਂਦਾ ਹੈ। ਉਦੋਂ ਇਕੱਠੇ ਹੋ ਕੇ ਜਦੋਂ ਕਹਿੰਦੇ ਹਾਂ, ਸਾਰੀਆਂ ਆਵਾਜ਼ਾਂ ਇੱਕ ਸੁਰ ਦੇ ਵਿੱਚ ਕਹਿਣ, ਉਦੋਂ ਆਨੰਦ ਬੜਾ ਆਉਂਦਾ ਹੈ। ਸਾਧ ਸੰਗਤ ਵਿੱਚੋਂ ਹੀ ਉਹ ਕਹਿੰਦੇ ਸਾਨੂੰ ਰਸ ਮਿਲਿਆ ਹੈ। ਧੁਰ ਮਸਤਕ ਲੇਖ ਲਿਖੇ ਹਰ ਪਾਈ। ਪਰ ਇਹ ਉਹ ਬੰਦਾ ਕਰ ਸਕਦਾ ਜਿਹਦੇ ਮੱਥੇ ਤੇ ਗੁਰੂ ਨਾਨਕ ਨੇ ਆਪ ਲੇਖ ਲਿਖੇ ਨੇ। ਗੁਰੂ ਨਾਨਕ ਤੁਠਾ ਮੇਲੇ ਹਰ ਪਾਈ। ਗੁਰੂ ਨਾਨਕ ਸਾਹਿਬ ਜੀ ਨੇ ਜਿਹਦੇ ਮੱਥੇ ਤੇ ਲੇਖ ਲਿਖਿਆ ਵੀ ਤੂੰ ਸੰਗਤ ਕਰਨੀ ਆ, ਉਹੀ ਇਹ ਕਰ ਸਕਦਾ। ਗੁਰੂ ਰਾਮਦਾਸ ਜੀ ਕਹਿੰਦੇ ਗੁਰੂ ਨਾਨਕ ਤੁਠਾ ਮੇਲੇ ਹਰ ਪਾਈ। ਇੱਕ ਦਫਾ ਇੱਕ ਮਹਾਪੁਰਸ਼ ਸਨ, ਉਹਨਾਂ ਦੇ ਕੋਲ ਕੋਈ ਆਇਆ, ਕਹਿਣ ਲੱਗੇ ਜੀ ਮੱਥਾ ਟੇਕਣ ਨਾਲ ਕੀ ਹੁੰਦਾ ਗੁਰੂ ਨੂੰ? ਮੌਲਵੀ ਸੀ ਇੱਕ, ਵੀ ਆਪਾਂ ਸਜਦਾ ਕਰਦੇ ਹਾਂ, ਕੀ ਹੁੰਦਾ ਉਹਦੇ ਨਾਲ, ਕੀ ਫਰਕ ਪੈਂਦਾ? ਉਹਨਾਂ ਬੜਾ ਸੁੰਦਰ ਜਵਾਬ ਦਿੱਤਾ ਸੀ। ਕਹਿੰਦੇ ਤੁਸੀਂ ਕਦੇ ਮੋਹਰ ਦੇਖਿਓ ਧਿਆਨ ਦੇ ਨਾਲ, ਜਿਹਨੂੰ ਸਟੈਂਪ ਕਹਿੰਦੇ ਆਪਾਂ। ਕਹਿੰਦੇ ਜਿਹੜੇ ਉੱਤੇ ਅੱਖਰ ਲਿਖੇ ਹੁੰਦੇ ਨੇ ਉਹਨੂੰ ਪਹਿਲਾਂ ਚੱਕ ਕੇ ਦੇਖਿਓ, ਦਿਖਦੇ ਨਹੀਂ ਵੀ ਲਿਖਿਆ ਕੀ ਆ। ਉਹ ਮੋਹਰ ਨੂੰ ਆਪਾਂ ਜਦੋਂ ਸਿਆਹੀ ਦੇ ਵਿੱਚ ਲਾ ਕੇ ਤੇ ਪੇਪਰ ਤੇ ਲਾਉਂਦੇ ਆ, ਉਦੋਂ ਅੱਖਰ ਦਿਖਦੇ ਨੇ ਵੀ ਕੀ ਲਿਖਿਆ ਹੋਇਆ, ਪੜ੍ਹੇ ਨਹੀਂ ਜਾਂਦੇ। ਮੋਹਰ ਦੇ ਅੱਖਰ ਜਿਹੜੇ ਹੁੰਦੇ ਨੇ ਨਾ ਉਲਟ ਹੁੰਦੇ ਨੇ। ਜਦੋਂ ਮੋਹਰ ਲੱਗਦੀ ਆ ਕਾਗਜ਼ ਤੇ ਉਦੋਂ ਪਤਾ ਲੱਗਦਾ ਵੀ ਇਹ ਕੀ ਲਿਖਿਆ। ਜੇ ਪੜ੍ਹਨੇ ਹੋਣ ਤਾਂ ਬੜਾ ਦਿਮਾਗ ਲੱਗਦਾ ਵੀ ਲਿਖਿਆ ਕੀ ਆ। ਸਿੱਧੇ ਜੇ ਮੋਹਰ ਚੱਕ ਕੇ ਦੇਖੀਏ, ਕਹਿੰਦੇ ਐਵੇਂ ਬੰਦੇ ਦੇ ਜਿਹੜੇ ਮੱਥੇ ਦੇ ਲੇਖ ਹੁੰਦੇ ਨੇ ਉਹ ਪੁੱਠੇ ਹੁੰਦੇ ਨੇ। ਜਦੋਂ ਆਪਾਂ ਗੁਰਦੁਆਰੇ ਆਉਂਦੇ ਹਾਂ, ਗੁਰਦੁਆਰਾ ਸਾਹਿਬ ਆ ਕੇ ਮਹਾਂਪੁਰਸ਼ ਕਹਿੰਦੇ ਮੱਥਾ ਟੇਕਦੇ ਹਾਂ, ਆਪਣਾ ਮੱਥਾ ਥੱਲੇ ਲੱਗਦਾ ਹੈ। ਉਹ ਮੱਥਾ ਜਦੋਂ ਥੱਲੇ ਲੱਗਦਾ ਉਹ ਪੁੱਠੀ ਰੇਖਾ ਸਿੱਧੀ ਹੋ ਜਾਂਦੀ ਆ। ਇਹੀ ਬਿਲਕੁਲ ਉਹੀ ਪੰਕਤੀ ਬਿਲਕੁਲ ਕਹੀ ਆ, ਉਹਦੇ ਨਾਲ ਹੀ ਮਿਲਦੀ ਸਾਖੀ ਆ। ਤੁਰ ਮਸਤਕ ਲੇਖ ਲਿਖੇ ਹਰ ਪਾਈ। ਮੱਥੇ ਦੇ ਲੇਖ ਬੰਦੇ ਦੇ ਸਿੱਧੇ ਹੋ ਜਾਂਦੇ ਨੇ, ਪੁੱਠੇ ਜਦੋਂ ਆਪਾਂ ਗੁਰਦੁਆਰੇ ਆਉਣਾ ਸ਼ੁਰੂ ਕਰ ਦਿੰਦੇ ਹਾਂ। ਗੁਰੂ ਨਾਨਕ ਤੁਠਾ ਮੇਲੇ ਹਰ ਪਾਈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਗੁਰਦੁਆਰੇ ਆ ਕੇ ਜਦੋਂ ਆਪਾਂ ਮੱਥਾ ਟੇਕਦੇ ਹਾਂ, ਮੱਥੇ ਦੇ ਪੁੱਠੇ ਸਿੱਧੇ ਲੇਖ, ਆਦਤਾਂ ਪੁੱਠੀਆਂ ਸਿੱਧੀਆਂ ਹੋ ਜਾਂਦੀਆਂ। ਜਿਵੇਂ ਇੱਕ ਮੋਹਰ ਆ, ਸਟੈਂਪ ਆ, ਸਿਆਹੀ 'ਚ ਡੁਬੋ ਕੇ ਲਾਉਂਦੇ ਆ, ਸਿੱਧੀ ਹੁੰਦੀ ਆ, ਊਂ ਪਈ ਆ ਉਹਦੇ ਅੱਖਰ, ਅਲਫ ਜਿਹੜੇ ਨੇ ਉਹ ਪੁੱਠੇ ਨੇ। ਇੱਦਾਂ ਹੀ ਬੰਦੇ ਦੀ ਜ਼ਿੰਦਗੀ ਆ। ਗੁਰੂ ਕੀ ਕਰਦਾ ਹੈ, ਜਦੋਂ ਤੁਸੀਂ ਮੱਥਾ ਟੇਕਣਾ ਨੂੰ ਸ਼ੁਰੂ ਕਰਦੇ ਹੋ, ਤੁਹਾਡੇ ਮੱਥੇ ਦੇ ਲੇਖ ਸਿੱਧੇ ਹੋਣੇ ਸ਼ੁਰੂ ਹੋ ਜਾਂਦੇ ਨੇ। ਤਾਂ ਕਰਕੇ ਗੁਰਦੁਆਰੇ ਦੀ ਇੰਨੀ ਮਹਾਨਤਾ ਹੈ। ਆਪਾਂ ਇਕੱਠੇ ਹੋ ਕੇ ਇੱਕ ਰਸ ਦੇ ਵਿੱਚ ਵਾਹਿਗੁਰੂ ਕਹਿੰਦੇ ਆ, ਉਹਦੇ ਨਾਲ ਜਿਹੜਾ ਫਲ ਮਿਲਦਾ ਉਹ ਇਕੱਲੇ ਬਹਿ ਕੇ ਨਹੀਂ ਮਿਲਦਾ। ਸੰਗਤ ਦੀ ਮਹਿਮਾ ਕੀ ਆ? ਕਿਸੇ ਨੇ ਗੁਰੂ ਤੋਂ ਪੁੱਛਿਆ, ਗੁਰੂ ਮਹਾਰਾਜ ਜੀ ਕਹਿੰਦੇ ਦੇਖੋ ਕੱਲਾ ਬੰਦਾ ਕਿਸ਼ਤੀ ਵਿੱਚ ਬੈਠਾ ਚੱਪੂ ਮਾਰ ਰਿਹਾ, ਇੱਕ ਨਦੀ ਤੋਂ ਦੂਜੇ ਬੰਨੇ ਜਾਣਾ ਉਹਨੇ,
ਦੂਜੇ ਕੰਢੇ ਜਾਣਾ, ਉਰਾਰ ਤੋਂ ਪਾਰ ਜਾਣਾ, ਬੜਾ ਸਮਾਂ ਲੱਗੇਗਾ। ਤੇ ਹੁਣ ਬਹੁਤ ਬੰਦੇ ਬੈਠੇ ਨੇ, ਸਵਾਰ ਨੇ, ਤੇ ਇਕੱਠੇ ਚੱਪੂ ਮਾਰ ਰਹੇ ਨੇ ਤੇ ਛੇਤੀ ਪਾਰ ਹੋ ਜਾਏਗਾ। ਸੰਗਤ ਵਿੱਚ ਕਿਹਾ ਹੋਇਆ ਵਾਹਿਗੁਰੂ ਇਕੱਠੇ ਮਿਲ ਕੇ, ਉਹਦਾ ਜ਼ਿਆਦਾ ਫਲ ਇਕੱਲੇ ਬੈਠੇ ਕਹਿਣ ਨਾਲੋਂ। ਤਾਂ ਮਹਾਰਾਜ ਨੇ ਆਖਿਆ ਸੀ, ਸੰਗਤ ਵਿੱਚ ਸੰਗਤ ਹਰਿ ਪ੍ਰਭ ਵਸੈ ਜੀਓ। ਤੂੰ ਗੁਰੂ ਸੰਗਤ ਵਿੱਚ ਵਸਣਾ, ਭਾਵ ਕਿ ਮੈਂ ਇਕੱਲੇ ਬੈਠਾ ਤਪ ਕਰ ਰਿਹਾ, ਉਹਦਾ ਫਲ ਹੈਗਾ, ਐਸੀ ਗੱਲ ਨਹੀਂ, ਪਰ ਇੰਨਾ ਨਹੀਂ ਜਿੰਨਾ ਸੰਗਤ ਵਿੱਚ ਆ। ਇਕੱਲਾ ਬੈਠਾ ਤਪ ਮੇਰੇ 10 ਸਾਲ ਤੇ ਸੰਗਤ ਵਿੱਚ ਕੀਤਾ ਹੋਇਆ 1 ਸਾਲ ਇੱਕੋ ਬਰਾਬਰ ਆ। ਤਾਂ ਕਰਕੇ ਗੁਰੂ ਸੰਗਤ ਦੀ ਮਹਿਮਾ ਗੁਰੂ ਮਹਾਰਾਜ ਨੇ ਆਪ ਦੇ ਨਾਲੋਂ ਵੀ ਵੱਡੀ ਦੱਸੀ ਸੀ। ਕਹਿੰਦੇ ਅਸੀਂ ਤਾਂ ਕੁਝ ਵਿਸਵੇ ਹਾਂ, ਸੰਗਤ ਕਈ ਗੁਣਾ ਸਾਥੋਂ ਉੱਚੀ ਆ, ਸੰਗਤ ਕਈ ਗੁਣਾ ਸਾਥੋਂ ਵੱਡੀ ਹੈ। ਤਾਂ ਕਰਕੇ ਇੰਨੀ ਸੰਗਤ ਦੀ ਮਹਿਮਾ ਹੈ। ਗੁਰਸਿੱਖ ਪਿਆਰਿਓ, ਸੰਗਤ ਹੀ ਸਭ ਕੁਝ ਆ। ਜਿਹਦੀ ਚੰਗੀ ਸੰਗਤ ਆ ਉਹ ਬੰਦਾ ਦੇਖੋ ਚੰਗਾ ਹੈ, ਜਿਹਦੀ ਮਾੜੀ ਸੰਗਤ ਆ ਤੇ ਉਹ ਸਾਗਤਾਂ ਵਾਲੀ ਸੰਗਤ ਆ ਉਹ ਮਾੜਾ। ਇਹ ਨਾ ਵੇਖੋ ਵੀ ਜੇ ਕਿਸੇ ਬੰਦੇ ਦਾ ਤੁਸੀਂ ਚਰਿੱਤਰ ਦੇਖਣਾ ਵੀ ਕਿਹੋ ਜਿਹਾ, ਗੁਰਬਾਣੀ ਕਹਿੰਦੀ ਹੈ ਵੀ ਉਹ ਬੰਦਾ ਦੇਖੋ ਤੁਸੀਂ ਰਹਿੰਦਾ ਕਿਹਦੇ ਨਾਲ ਆ। ਜਿਨ੍ਹਾਂ ਨਾਲ ਰਹਿੰਦਾ, ਜਿਨ੍ਹਾਂ 'ਚ ਬਹਿੰਦਾ, ਜਿਨ੍ਹਾਂ ਨੂੰ ਸੁਣਦਾ, ਉਹਦੇ ਵਰਗਾ ਹੀ ਹੋਵੇਗਾ। ਇਸ ਕਰਕੇ ਕਿਸੇ ਬੰਦੇ ਨੂੰ ਵੇਖਣਾ ਹੋਵੇ, ਇਹ ਨਾ ਵੇਖਿਓ ਵੀ ਉਹ ਕਿਹੋ ਜਿਹਾ, ਬਸ ਉਹਦੇ ਆਸੇ-ਪਾਸੇ ਦੇਖੋ ਰਹਿੰਦਾ ਕਿਹਦੇ ਨਾਲ ਆ, ਉਹੋ ਜਿਹਾ ਹੀ ਉਹ ਹੋਵੇਗਾ। 100% ਇਹ ਕਬੀਰ ਸਾਹਿਬ ਜੀ ਦਾਵਾ ਕਰਦੇ ਨੇ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਜੋ ਜਿਹੋ ਜੀ ਸੰਗਤ ਕਰੇਗਾ ਉਹੋ ਜਿਹਾ ਹੀ ਉਹਨੂੰ ਰੰਗ ਚੜ੍ਹ ਜਾਣਾ। ਸੋ ਆਪਾਂ ਆਪਣੇ ਆਪ ਨੂੰ ਸੁੰਦਰ ਬਣਾਉਣਾ ਹੈ ਅੰਦਰੋਂ, ਤੇ ਆਪਾਂ ਗੁਰੂ ਦੀ ਸੰਗਤ ਕਰਨੀ ਆ। ਗੁਰਸਿੱਖ ਪਿਆਰਿਓ, ਆਪਾਂ ਅੰਦਰੋਂ ਸੋਹਣੇ ਬਣਨਾ ਹੈ, ਆਪਦੀ ਸੀਰਤ ਨੂੰ ਘੜਨਾ ਹੈ। ਸੋਹਣੇ ਲੋਕ ਮਿਲਦੇ ਆਪਾਂ ਨੂੰ ਆਪਾਂ ਭੁੱਲ ਜਾਂਦੇ ਆ, ਚਿਹਰੇ ਯਾਦ ਨਹੀਂ ਰਹਿੰਦੇ। ਚੰਗੇ ਲੋਕ ਮਿਲਦੇ ਨੇ, ਬਹੁਤ ਚੰਗੇ, ਸਾਰੀ ਜ਼ਿੰਦਗੀ ਨਹੀਂ ਭੁੱਲਦੇ। ਚਾਹੇ ਉਹ ਮਰ ਵੀ ਜਾਣ, ਆਪਾਂ ਕਹਿੰਦੇ ਉਹ ਬੰਦਾ ਬਹੁਤ ਚੰਗਾ ਸੀ, ਅੱਜ ਵੀ ਮੇਰੇ ਦਿਲ 'ਚ ਵਸਦਾ, ਇੰਨਾ ਚੰਗਾ ਬੰਦਾ ਸੀ। ਚੰਗੇ ਬੰਦੇ ਜਿਹੜੇ ਨੇ ਕਦੇ ਨਹੀਂ ਮਰਦੇ। ਮਹਾਂਪੁਰਸ਼ ਨਾਮ ਰਹਿਓ, ਸਾਧੂ ਰਹਿਓ ਗੁਰੂ ਗੋਬਿੰਦ। ਭਗਤ ਜਨ ਗੁਰੂ ਜੀ ਅਖੀਰਲੀ ਦੁਨੀਆ ਤੱਕ, ਜਦੋਂ ਤੱਕ ਦੁਨੀਆ ਹੈ ਉਦੋਂ ਤੱਕ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹਿਣਾ। ਚੰਗੇ ਬੰਦਿਆਂ ਨੂੰ ਸਦਾ ਹੀ ਦੁਨੀਆ ਯਾਦ ਕਰਦੀ ਆ। ਆਪਾਂ ਵੀ ਚੰਗੇ ਬਣੀਏ। ਆਓ ਗੁਰਸਿੱਖ ਪਿਆਰਿਓ ਮਿਲ ਕੇ ਵਾਹਿਗੁਰੂ ਕਹੀਏ, ਹੋਈਆਂ ਭੁੱਲਾਂ ਦੀ ਮਾਫੀ ਬਖਸ਼ੋ। ਗੁਰੂ ਸਾਹਿਬ ਕਿਰਪਾ ਕਰਨ, ਕੀਤੀ ਹੋਈ ਵਿਚਾਰ ਹਿਰਦਿਆਂ ਵਿੱਚ ਵਸ ਜਾਵੇ। ਅਸੀਂ ਵੀ ਗੁਰੂ ਸ਼ਬਦਾਂ ਦੀ ਕਮਾਈ ਕਰਕੇ ਆਪਦੇ ਜੀਵਨ ਨੂੰ ਸਫਲ ਬਣਾਈਏ ਜੀ।